साहिब जी। हक परवर हक केश, गुर करता हर राय। बादशाह हक करता हक केस, गुर करता हर राय। सुल्तान हम दरवेश, गुर करता हर राय। मन चाओ भया प्रभ आगम सुनिया। हर मंगल गाओ सकी, ग्रह मंदिर बनिया। हर गाओ मंगल नित सकिए, सोग दुख न व्यापे। गुर चरण लागे दिन सभागे, आपना पिर जापे। अनहत बाणी गुर शब्द जानी, हर नाम हर रस भोगो। कह नानक प्रभ आप मिलया, करन कारण जोगो। जुगो जुग अटल चवर तखत दे मालक, गुरता गद्दी ते बिराजमान। धन धन श्री गुरु ग्रंथ साहिब सच्चे पातशाह जी दी पावन पवित्र हजूरी दे अंदर सतवें गुरु नानक सादगी दे मुजस्मे धन गुरु हर राय साहिब सच्चे पातशाह जी दा पावन पवित्र आगमन पुरब आप जी बड़ी शरदा नाल मना रहे हो। सब तो पहले सतगुरु जी दे आगमन पुरब दी वधाई गुरु महाराज दी फतेह राही कबूल पावो। गज के फतेह गजाओ जी। वाहिगुरु जी का खालसा वाहिगुरु जी की फतेह। मैं हाथ जोड़ के बेनती करांगा कि संगत वल्लों बड़ा शोर आ रहा है। कथा ते कीर्तन विच बड़ा फर्क होंदा है। कीर्तन दे विच साज वजदे ने, गाउण वाले काफ़ी होंदे ने। जे कोई माड़ी मोटी गल करे आवाज़ दब जाती है, पर कथा लई बहुत एकांत चाहिदा है। इस करके मेरी हथ जोड़ के बेनती है, गुरु ग्रंथ से सच्चे पातशाह के सत्कार नूं मुख रखदियां महाराज हाज़र नाज़र ने चुप दा दान बख्शो। आप जी 5 कुछ मिनट रल मिल के असी सारे सतनाम वाहिगुरु दा जाप करते हैं, तां जो एक माहौल बन जाए, फिर असी गुरु दीयां गल्लां करांगे। सतनाम वाहिगुरु सतनाम वाहिगुरु। सतनाम वाहिगुरु सतनाम वाहिगुरु। सतनाम वाहिगुरु सतनाम वाहिगुरु। सतनाम वाहिगुरु सतनाम वाहिगुरु।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਇੱਕ ਵਾਰ ਫਿਰ ਮਨ ਦੀ ਬਿਰਤੀ ਨੂੰ ਇਕਾਗਰ ਕਰੋ ਤੇ ਗੁਰੂ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ 7ਵੇਂ ਗੁਰੂ ਨਾਨਕ ਸਾਦਗੀ ਦੇ ਮੁਜੱਸਮੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਆਗਮਨ ਪੁਰਬ ਮਨਾ ਰਹੇ ਹਾਂ। ਸਹਿਜ ਪਾਠ ਦੀ ਸਮਾਪਤੀ ਤੋਂ ਉਪਰੰਤ ਗੁਰੂ ਕੇ ਪਿਆਰੇ ਕੀਰਤਨੀਆਂ ਨੇ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ। ਉਪਰੰਤ ਆਓ ਹੁਣ ਕੁਝ ਕੁ ਸਮਾਂ ਸਤਿਗੁਰੂ ਜੀ ਦੇ ਜੀਵਨ ਉੱਤੇ ਪੰਛੀ ਝਾਤ ਮਾਰਨ ਲਈ ਬਖਸ਼ਿਸ਼ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਦੇ ਗ੍ਰਹਿ ਵਿਖੇ ਅੱਜ ਦੇ ਪਾਵਨ ਦਿਨ ਗੁਰੂ ਪਿਆਰੀ ਸਾਧ ਸੰਗਤ ਉਹਨਾਂ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਹੋਇਆ। ਥੋੜਾ ਜਿਹਾ ਧਿਆਨ ਇਕਾਗਰ ਕਰੋ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ 5 ਸੁਪੁੱਤਰ ਨੇ। ਵੱਡੇ ਬਾਬਾ ਗੁਰਦਿੱਤਾ ਜੀ, ਫਿਰ ਬਾਬਾ ਅਟਲ ਰਾਏ ਜੀ, ਬਾਬਾ ਅਨੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਸਭ ਤੋਂ ਛੋਟੇ ਤਿਆਗਮਲ ਜੀ, ਜਿਹੜੇ ਅੱਗੇ ਜਾ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਬਣੇ। ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ
ਕਹਿਣ ਲੱਗੇ ਆਸਾ ਕੀ ਵਾਰ ਦੀ ਪੌੜੀ ਦੇ ਨਾਲ ਇਹ ਸ਼ਲੋਕ ਦਰਜ ਹੈ। ਮਿੱਟੀ ਮੁਸਲਮਾਨ ਕੀ ਪਈ ਘੁਮਿਆਰ, ਇਸ ਤੋਂ ਕੀ ਭਾਵ ਹੈ। ਚਾਹੀਦਾ ਸੀ ਕਿ ਬਾਬਾ ਰਾਮ ਰਾਏ ਔਰੰਗਜ਼ੇਬ ਨੂੰ ਸਮਝਾਉਂਦੇ ਕਿ ਗੁਰੂ ਨਾਨਕ ਸਾਹਿਬ ਕੀ ਸਿਧਾਂਤ ਦੇਣਾ ਚਾਹੁੰਦੇ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿਧਾਂਤ ਹੈ। ਮੈਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਤੁਹਾਡੇ ਸਾਹਮਣੇ ਰੱਖਾਂ, ਗੱਲ ਤੁਹਾਡੀ ਪਕੜ ਵਿੱਚ ਆ ਜਾਏਗੀ। ਸ਼੍ਰਵਣ ਕੁਮਾਰ ਨੇ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕੀਤੀ ਹੈ, ਪਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਕਿੱਥੇ ਵੀ ਸ਼੍ਰਵਣ ਕੁਮਾਰ ਦਾ ਜ਼ਿਕਰ ਨਹੀਂ ਆਇਆ। ਸ਼੍ਰਵਣ ਕੁਮਾਰ ਨੇ ਆਪਣੇ ਮਾਤਾ ਪਿਤਾ ਦੀ ਬੜੀ ਸੇਵਾ ਕੀਤੀ, ਪਰ ਸ਼੍ਰਵਣ ਕੁਮਾਰ ਦਾ ਕਿੱਥੇ ਜ਼ਿਕਰ ਨਹੀਂ ਹੈ। ਹਾਂ, ਭਾਈ ਗੁਰਦਾਸ ਲਿਖਦੇ ਨੇ, ਹੋਵੇ ਸ਼ਰਵਣ ਵਿਰਲਾ ਕੋਈ। ਇਸ ਤੋਂ ਉਲਟ ਜੇ ਅਸੀਂ ਤੱਕੀਏ, ਹਰਨਾਕਸ਼ ਤੇ ਪਹਿਲਾਦ ਦੀ ਬਿਲਕੁਲ ਨਹੀਂ ਬਣਦੀ। ਪਰ ਮਹਾਰਾਜ ਬਾਰ-ਬਾਰ ਪਹਿਲਾਦ ਦਾ ਜ਼ਿਕਰ ਕਰਦੇ ਨੇ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪਹਿਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਕਦੀ ਸੋਚਿਆ ਕਿਉਂ? ਸ਼੍ਰਵਣ ਕੁਮਾਰ ਨੇ ਮਾਤਾ ਪਿਤਾ ਦੀ ਸੇਵਾ ਕੀਤੀ, ਸ਼੍ਰਵਣ ਕੁਮਾਰ ਦਾ ਜ਼ਿਕਰ ਨਹੀਂ। ਪਹਿਲਾਦ ਦੀ ਆਪਣੇ ਪਿਤਾ ਨਾਲ ਬਿਲਕੁਲ ਨਹੀਂ ਬਣਦੀ। ਸਤਿਗੁਰੂ ਬਾਰ-ਬਾਰ ਜ਼ਿਕਰ ਕਰਦੇ ਨੇ। ਕਿਉਂ? ਇਸ ਕਰਕੇ ਕਿ ਪਹਿਲਾਦ ਇੱਕ ਸਿਧਾਂਤ ਤੇ ਖੜਾ ਹੈ। ਉਹ ਸਿਧਾਂਤ ਕੀ ਹੈ? ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਬਸ ਕਹਿੰਦੇ ਜੋ ਮਰਜ਼ੀ ਹੋ ਜਾਵੇ, ਮੈਂ ਨਾਮ ਨਹੀਂ ਛੱਡਣਾ। ਇਸ ਸਿਧਾਂਤ ਕਰਕੇ ਨਾ ਪਹਿਲਾਦ ਦਾ ਜ਼ਿਕਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਿਧਾਂਤ ਹੈ, ਸਿਧਾਂਤ ਨਾਲ ਕੋਈ ਕੰਪਰੋਮਾਈਜ਼ ਨਹੀਂ। ਔਰੰਗਜ਼ੇਬ ਨੇ ਪੁੱਛਿਆ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਤੋਂ ਕੀ ਭਾਵ ਹੈ। ਚਾਹੀਦਾ ਸੀ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਦਰਬਾਰ ਵਿੱਚ ਦੱਸਦੇ ਕਿ ਗੁਰੂ ਨਾਨਕ ਦੇਵ ਮਹਾਰਾਜ ਕੀ ਸਿਧਾਂਤ ਦੇਣਾ ਚਾਹੁੰਦੇ ਨੇ, ਪਰ ਉਹ ਸਿਧਾਂਤ ਨੂੰ ਨਾ ਦੱਸ ਸਕਿਆ। ਆਪ ਜੀ ਦੀ ਗਿਆਤ ਲਈ ਅਰਜ਼ ਕਰਾਂ, ਇਸ ਪੰਕਤੀ ਦੇ ਅਰਥ ਸਮਝਣੇ ਜ਼ਰੂਰੀ ਨੇ। ਮਰਨ ਤੋਂ ਬਾਅਦ, ਅਕਾਲ ਚਲਾਣਾ ਕਰਨ ਤੋਂ ਬਾਅਦ ਸਰੀਰ ਨੂੰ ਸਾਂਭਣ ਦੇ ਕੁਝ ਤਰੀਕੇ ਨੇ। ਬਾਣੀ ਵੀ ਸਤਿਗੁਰ ਲਿਖਦੇ ਨੇ, ਠੰਡੀ ਤਾਤੀ ਮਿੱਟੀ ਖਾਈ। ਠੰਡੀ ਤੋਂ ਭਾਵ ਜਲ ਦੇ ਹਵਾਲੇ ਜਲ ਪ੍ਰਵਾਹ, ਤਾਤੀ ਤੋਂ ਭਾਵ ਅੱਗ ਦੇ ਹਵਾਲੇ ਅਗਨ ਭੇਟ, ਮਿੱਟੀ ਤੋਂ ਭਾਵ ਦਫਨਾ ਦੇਣਾ। ਮਹਾਰਾਜ ਕਹਿੰਦੇ ਇੱਕ ਦੱਜਾਂ ਇੱਕ ਦੱਬੀਆਂ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਉਸੱਟੀਆਂ, ਇੱਕ ਭੀਵਿਰ ਹੱਸਣ ਪਾਏ। ਇਹ ਸਰੀਰ ਨੂੰ ਸਾਂਭਣ ਦੀ ਕਿਰਿਆ ਹੈ। ਪਰ ਯਾਦ ਰੱਖਣਾ, ਅਗਲਾ ਨਬੇੜਾ ਕਰਮਾਂ ਦੇ ਮੁਤਾਬਕ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉੱਥੇ ਕਰਮਾਂ ਦੀ ਵਿਚਾਰ ਹੈ। ਪਰ ਮੁਸਲਮਾਨ ਵੀਰਾਂ ਦੀ ਇੱਕ ਸੋਚ ਹੈ, ਕਹਿੰਦੇ ਜੇ ਇੱਥੇ ਅਗਨ ਭੇਟ ਕੀਤਾ, ਅੱਗੇ ਜਾ ਕੇ ਦੋਜ਼ਖ ਦੀ ਅੱਗ ਵੀ ਸੜਨਾ ਪਏਗਾ। ਇਸ ਕਰਕੇ ਉਹ ਲੋਕ ਅਗਨ ਭੇਟ ਨਹੀਂ ਕਰਦੇ, ਦਫਨਾਉਂਦੇ ਨੇ। ਗੁਰੂ ਨਾਨਕ ਦੇਵ ਮਹਾਰਾਜ ਨੇ ਕਮਾਲ ਦਾ ਵਿਅੰਗ ਕੀਤਾ। ਮਹਾਰਾਜ ਕਹਿੰਦੇ ਅਕਸਰ ਜਿਹੜੀ ਕਬਰਾਂ ਵਾਲੀ ਥਾਂ ਦੀ ਮਿੱਟੀ ਹੈ ਨਾ, ਉਹ ਬੜੀ ਚਿਕਨੀ ਹੋ ਜਾਂਦੀ ਹੈ, ਤੇ ਚਿਕਨੀ ਮਿੱਟੀ ਦੇ ਬਰਤਨ ਬੜੇ ਕਮਾਲ ਦੇ ਬਣਦੇ ਨੇ। ਮਹਾਰਾਜ ਕਹਿੰਦੇ ਕੋਈ ਘੁਮਿਆਰ ਕਬਰਾਂ ਵਾਲੀ ਥਾਂ ਤੋਂ ਜਾ ਕੇ ਮਿੱਟੀ ਪੱਟ ਕੇ ਲਿਆਇਆ, ਘਰ ਆ ਕੇ ਮਿੱਟੀ ਨੂੰ ਗੁਣਿਆ, ਬਰਤਨਾਂ ਦੇ ਆਕਾਰ ਤਿਆਰ ਕੀਤੇ। ਕਹਿੰਦੇ ਹੁਣ ਬਰਤਨ ਨੂੰ ਪਕਾਣਾ ਸੀ, ਕਿੰਦੇ ਤੇ ਰੱਖਿਆ? ਅੱਗ ਦੇ ਉੱਤੇ। ਅੱਗ ਦੇ ਉੱਤੇ ਜਿਹੜੀ ਮਿੱਟੀ ਰੱਖੀ ਗਈ, ਉਹ ਮੁਸਲਮਾਨ ਵੀਰ ਕਬਰਾਂ ਵਾਲੀ ਥਾਂ ਦੀ ਹੈ। ਅੱਗ ਤੋਂ ਤਾਂ ਤੁਸੀਂ ਫਿਰ ਵੀ ਨਹੀਂ ਬਚ ਸਕੇ। ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ, ਕੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਬੜੀ, ਝੜ ਝੜ ਪਵੇ ਅੰਗਿਆਰ। ਹੁਣ ਚਾਹੀਦਾ ਸੀ ਬਾਬਾ ਰਾਮ ਰਾਏ ਔਰੰਗਜ਼ੇਬ ਦੇ ਦਰਬਾਰ ਅੰਦਰ ਸਿਧਾਂਤ ਕਲੀਅਰ ਕਰਦੇ ਕਿ ਗੁਰੂ ਨਾਨਕ ਦੇਵ ਮਹਾਰਾਜ ਕੀ ਕਹਿਣਾ ਚਾਹੁੰਦੇ ਨੇ। ਬਸ ਉਹਨਾਂ ਨੇ ਇੱਕੋ ਗੱਲ ਕਹਿ ਦਿੱਤੀ, ਜੀ ਲਿਖਾਰੀ ਦੀ ਭੁੱਲ ਹੈ, ਉੱਥੇ ਮੁਸਲ ਦੀ ਥਾਂ ਤੇ ਬੇਈ ਸ਼ਬਦ ਹੈ, ਮਿੱਟੀ ਬੇਈਮਾਨ ਕੀ। ਇਹ ਖਬਰ ਦਿੱਲੀ ਦੀ ਸੰਗਤ ਨੇ
ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਭੇਜੀ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਬਾਬਾ ਰਾਮ ਰਾਏ ਨੇ ਬਾਣੀ ਦੀ ਨਰਾਦਰੀ ਕੀਤੀ ਹੈ, ਪੰਕਤੀ ਬਦਲ ਦਿੱਤੀ, ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਇੱਕ ਗੱਲ ਕਹੀ, ਕਹਿੰਦੇ ਜਦੋਂ ਸਾਡਾ ਪਹਿਲਾ ਜਾਮਾ ਆਇਆ ਸੀ ਨਾ, ਸਾਨੂੰ ਜੀਵਨ ਕਾਜ਼ੀ ਨੇ ਲੱਤ ਮਾਰੀ ਸੀ। ਅਸੀਂ ਪੜ੍ਹਦੇ ਆ ਨਾ, ਜੀਵਨ ਮਾਰੀ ਲੱਤ ਕਿਹੜਾ ਸੁੱਤਾ ਕੁਫਰ ਕਫਾਰੀ। ਮਹਾਰਾਜ ਕਹਿੰਦੇ ਜੀਵਨ ਕਾਜ਼ੀ ਨੇ ਸਾਨੂੰ ਪਹਿਲੇ ਜਾਮੇ ਵਿੱਚ ਲੱਤ ਮਾਰੀ, ਅਸੀਂ ਕੁਛ ਨਹੀਂ ਕਿਹਾ। ਫਿਰ ਸਾਡਾ ਤੀਜਾ ਜਾਮਾ ਆਇਆ ਗੁਰੂ ਅਮਰਦਾਸ ਜੀ ਦੇ ਰੂਪ ਦੇ ਅੰਦਰ, ਬਾਬਾ ਦਾਤੂ ਨੇ ਲੱਤ ਮਾਰੀ, ਅਸੀਂ ਸਿੰਘਾਸਨ ਤੋਂ ਡਿੱਗ ਪਏ ਸੀ, ਪਰ ਅਸੀਂ ਬਾਬਾ ਦਾਤੂ ਨੂੰ ਵੀ ਕੁਛ ਨਹੀਂ ਕਿਹਾ। ਪਰ ਅੱਜ ਜਦੋਂ ਸੱਤਵਾਂ ਜਾਮਾ ਆਇਆ ਹੈ, ਉਹ ਲੱਤ ਸਾਡੇ ਸਰੀਰ ਨੂੰ ਨਹੀਂ ਪਈ। ਸਰੀਰ ਦੀਆਂ ਲੱਤਾਂ ਤਾਂ ਅਸੀਂ ਬਰਦਾਸ਼ਤ ਕਰਦੇ ਰਹੇ, ਉਹ ਲੱਤ ਅੱਜ ਸ਼ਬਦ ਨੂੰ ਮਾਰੀ ਹੈ, ਸ਼ਬਦ ਦੀ ਨਰਾਦਰੀ ਕੀਤੀ ਹੈ। ਤੇ ਭਾਵੇਂ ਨਰਾਦਰੀ ਕਰਨ ਵਾਲਾ ਮੇਰਾ ਸੱਕਾ ਪੁੱਤਰ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਰਾਮ ਰਾਏ ਨੂੰ ਕਹਿ ਦਿਓ ਵੀ ਜਿਹੜੇ ਪਾਸੇ ਮੂੰਹ ਹੈ ਚਲਾ ਜਾਵੇ, ਸਾਡੇ ਮੱਥੇ ਨਾ ਲੱਗੇ। ਇਹ ਸਭ ਤੋਂ ਵੱਡੀ ਗੱਲ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਸਿੱਖਣ ਵਾਲੀ ਹੈ ਕਿ ਬਾਣੀ ਦਾ ਸਤਿਕਾਰ। ਹਾਲਾਂਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਣੀ ਨਹੀਂ ਉਚਾਰਨ ਕੀਤੀ, ਪਰ ਕਿੰਨਾ ਬਾਣੀ ਦਾ ਸਤਿਕਾਰ ਹੈ। ਅਗਰ ਸਿੱਖ ਸੰਗਤ ਬਾਣੀ ਪੜ੍ਹਦੀ ਆ ਰਹੀ ਹੈ, ਮਹਾਰਾਜ ਇੱਕਦਮ ਉੱਠ ਪਏ। ਤੇ ਇਤਿਹਾਸ ਦੇ ਪੰਨੇ ਕਹਿੰਦੇ ਨੇ ਪਰਤ ਕੇ ਮਹਾਰਾਜ ਕਦੀ ਦਿਨ ਵੇਲੇ ਪਲੰਗ ਤੇ ਸੌਂਦੇ ਹੀ ਨਹੀਂ ਸਨ। ਕਿਸੇ ਵੇਲੇ ਵੀ ਸਿੱਖ ਸੰਗਤ ਬਾਣੀ ਪੜ੍ਹਦੀ ਆ ਸਕਦੀ ਹੈ। ਦੂਜੀ ਗੱਲ, ਜੇ ਪੁੱਤਰ ਨੇ ਬਾਣੀ ਦੀ ਨਰਾਦਰੀ ਕੀਤੀ, ਮਹਾਰਾਜ ਨੇ ਪੁੱਤਰ ਨੂੰ ਬੇਦਖਲ ਕਰ ਦਿੱਤਾ। ਤੇ ਸਤਿਗੁਰੂ ਅਕਸਰ ਇੱਕ ਗੱਲ ਕਿਹਾ ਕਰਦੇ ਸਨ, ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਲਿਖੀ ਹੈ। ਮਹਾਰਾਜ ਕਹਿੰਦੇ ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਨਾਹੀ ਸੋ ਸਿੱਖ ਹਮਾਰਾ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਨ, ਜਿਸ ਸਿੱਖ ਦੇ ਅੰਦਰ ਬਾਣੀ ਦਾ ਭੈ ਨਹੀਂ, ਬਾਣੀ ਦਾ ਅਦਬ ਨਹੀਂ, ਮਹਾਰਾਜ ਕਹਿੰਦੇ ਉਹ ਸਾਡਾ ਸਿੱਖ ਹੀ ਨਹੀਂ ਹੈ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਨਾਹੀ ਸੋ ਸਿੱਖ ਹਮਾਰਾ। ਤੋਂ ਪਹਿਲੀ ਗੱਲ ਅਸੀਂ ਕੀ ਸਮਝਣੀ ਹੈ ਮਹਾਰਾਜ ਦੇ ਜੀਵਨ ਵਿੱਚੋਂ? ਬਾਣੀ ਦਾ ਭੈ, ਬਾਣੀ ਦਾ ਅਦਬ, ਬਾਣੀ ਦਾ ਸਤਿਕਾਰ ਕਰਨਾ ਹੈ। ਦੂਜੀ ਗੱਲ, ਅੱਜ ਬੜੇ ਲੋਕ ਐਸੇ ਨੇ ਜਿਹੜੇ ਸਾਨੂੰ ਨਿਤਨੇਮ ਤੋਂ ਤੋੜਦੇ ਪਏ ਨੇ। ਇੱਕੋ ਗੱਲ ਕਹਿਣਗੇ ਜੀ ਥੋੜੀ ਬਾਣੀ ਪੜ੍ਹ ਲਓ, ਵਿਚਾਰ ਕੇ ਪੜ੍ਹੋ, ਨਿਤਨੇਮ ਰੈਪੀਟੀਸ਼ਨ ਹੈ, ਤੋਤਾ ਰਟਨੀ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਸਿੱਖ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਸਵੇਰੇ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਸਾਨੂੰ ਅਰਥਾਂ ਦੀ ਸਮਝ ਨਹੀਂ ਕਿ ਇਹ ਬਾਣੀ ਪੜੀ ਪ੍ਰਵਾਨ ਹੈ। ਗੁਰੂ ਹਰਿਰਾਏ ਸਾਹਿਬ ਮਹਾਰਾਜ ਕਹਿਣ ਲੱਗੇ ਸਮਾਂ ਆਉਣ ਤੇ ਦੱਸਾਂਗੇ। ਕਹਿੰਦੇ ਇੱਕ ਦਿਨ ਸਵੇਰੇ ਸਵੇਰੇ ਮੀਂਹ ਪਿਆ। ਮੀਂਹ ਪੈਣ ਤੋਂ ਬਾਅਦ ਜਦੋਂ ਦਿਨ ਚੜਿਆ, ਸਤਿਗੁਰ ਕਹਿੰਦੇ ਆਓ ਸ਼ਿਕਾਰ ਖੇਲਣ ਚੱਲੀਏ। ਸ਼ਿਕਾਰ ਖੇਲਣ ਗਏ ਤੇ ਰਸਤੇ ਦੇ ਵਿੱਚ ਕੀ ਤੱਕਿਆ, ਕੁਛ ਠੀਕਰੀਆਂ ਪਈਆਂ ਸਨ। ਠੀਕਰੀਆਂ ਦੇ ਵਿੱਚੋਂ ਘਿਓ ਸਿਮਦਾ ਪਿਆ ਸੀ। ਮਹਾਰਾਜ ਕਹਿੰਦੇ ਇਹਨਾਂ ਠੀਕਰੀਆਂ ਵੱਲ ਵੇਖੋ, ਇਹਨਾਂ ਨੇ ਕਦੀ ਘਿਓ ਦੀ ਸੰਗਤ ਕੀਤੀ ਸੀ, ਭਾਵੇਂ ਘਿਓ ਪਾ ਕੇ ਕੱਢ ਵੀ ਲਿਆ, ਪਰ ਅਜੇ ਵੀ ਵੇਖੋ ਥਿੰਦਿਆਈ ਹੈ। ਸਤਿਗੁਰੂ ਕਹਿੰਦੇ ਭਾਵੇਂ ਤੁਹਾਨੂੰ ਬਾਣੀ ਦੇ ਅਰਥ ਨਹੀਂ ਸਮਝ ਆਉਂਦੇ, ਬਾਣੀ ਦੇ ਅਰਥਾਂ ਤੋਂ ਤੁਸੀਂ ਜਾਣੂ ਨਹੀਂ, ਪਰ ਬਾਣੀ ਜ਼ਰੂਰ ਪੜੋ, ਬਾਣੀ ਪੜੇ ਦਾ ਲਾਹਾ ਹੈ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਸਤਿਕਾਰਯੋਗ ਮਾਤਾਵਾਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਹੈ। ਵੈਸੇ ਮੈਂ ਥੋੜੇ ਦਿਨ ਪਹਿਲੇ ਇੱਕ ਉਰਦੂ ਦੇ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹਨੇ ਬੜੀ ਕਮਾਲ ਦੀ ਗੱਲ ਲਿਖੀ। ਕਹਿੰਦਾ ਅੱਜ ਦਾ ਜਿਹੜਾ ਬੱਚਾ ਹੈ ਨਾ, ਅੱਜ ਦੀ ਜਿਹੜੀ ਜਨਰੇਸ਼ਨ ਹੈ, ਅੱਜ ਸਾਡੇ ਬੱਚਿਆਂ ਵਿੱਚੋਂ ਵੱਡਿਆਂ ਦਾ ਕਿਰਦਾਰ ਨਜ਼ਰ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਇਹਦੇ ਦੋ ਕਾਰਨ ਨੇ। ਉਹ ਫਾਰਸੀ ਵਿੱਚ ਲਿਖਦਾ ਹੈ, ਕਹਿੰਦੇ ਤਿਫਿਲ, ਤਿਫਿਲ ਬੱਚੇ ਨੂੰ ਕਹਿੰਦੇ ਨੇ, ਛੋਟੇ ਬੱਚੇ ਨੂੰ।
तिफिल से कहा बू आए माँ बाप के किरदार की। बू का मतलब खुशबू। कहता अज दे बच्चे दी विचों माँ प्यो के किरदार की खुशबू क्यों नहीं आती। तिफिल से कहा बू आए माँ बाप के किरदार की, दूध है डिब्बे का। आज तो माँ अपना दूध पिला के भी राजी नहीं। दूध है डिब्बे का, तालीम है सरकार की। अज असी उन्हां स्कूलों में भेजते हैं जिथे गुरमत का माहौल नहीं। कितों बच्चों विच माँ प्यो का विरसा किरदार आएगा। तो खैर माँ बच्चे नूं दूध पिलाउंदी है। कदी माँ ने कंडीशन रखी है कि बच्चिया तेन दूध तां देंगी जे तू पहले दूध के बारे मैनू सब कुछ दस। दूध विच कितना मिनरल है, कितना आयरन है, किहड़े किहड़े विटामिन ने। बच्चे नूं तां कख नहीं पता। छोटे बच्चे नूं की पता दूध बारे? कुछ भी नहीं पता। बस माँ का दूध पींदा है ते ताकत मिल जाती। गुरु प्यारी साध संगत, गुरु हर राय साहिब महाराज ने दसिया कि जे तुहानूं अर्थां दी समझ नहीं तां भी कोई गल नहीं, बाणी नूं पढ़ो। ये बाणी पढ़ी तुहाडे लई लाहेवंद होएगी। जिस तरह भांडे विचों घिओ पा के कढ लो, भांडे भी थंदाई रह जाती है। जिस तरह मां बच्चे नूं दुध देंदी है, बच्चे नूं दुध बारे कख नहीं पता, पर दुध पी के कितनी ताकत मिलती है। अज सानू बड़े लोग तोड़न लई कहंदे नितनेम ना करो जी, रैपीटिशन है, तोता रटनी है, अर्थां तो जाणू हो। ठीक है, अर्थां तो जाणू होना है, पर नितनेम नहीं छड्डना। उन्हां नूं पुछो जिहड़े सानू कहंदे ने रैपीटिशन है, उन्हां नूं कहो तू सवास लैंदा है, सांस लैने रैपीटिशन नहीं। ते मैं आप जी दे चरनां विच एक होर बेनती करां, गुरु प्यारी साध संगत। मस्कीन साहब एक गल कहंदे सन, कहानी। कहानी का मतलब कह रहा नहीं है, पर सिक्ख्या लै लो। किसी गुरमुख प्यारिया ने गल सुनाई, असी साखी वाल नहीं जाना, सिक्ख्या वाल जाना है। कहते किसी देश अंदर बड़ा मीह पैंदा सी। मीह पैण करके चंगियां फसलां होंदियां सन। फसलां होण करके चार पैसे चंगे आउंदे सन। अक्सर बंदे कोल ज्यों ज्यों धन वधदा ना, बंदा रब नूं भुल जांदा है। ताई बाणी विच लिखिआ दुख दारू सुख रोग पिया। वो सारा ही देश रब नूं भुल गया। अखीर देवतियां ने मीटिंग बुला ली। कहंदे कमाल हो गया, ज्यों ज्यों इस मुल्क दे अंदर पैसा वधे सानू ही भुल गए ने। कहंदे असीं इस तरह करदे हां, 12 साल मीह नहीं पाउंदे, ना तां 12 साल मीह पेगा, ना फसलां होणगियां, भुखमारी वध जाएगी ते लोग फिर सानू याद करनगे। अखीर देवतियां दी मीटिंग हो गई। सारे इकट्ठे होके ना इंद्र कोल चले गए, क्योंकि एक मनोत है कि इंद्र मीह पाउंदा है। महाराज ने वैसे बाणी विच लिखिआ पै विच इंद्र फिरै सिर भार। क्या उठ उठ देखो बपड़े इस मेघे हथ किछ नाहे, जिन ए मेघ पठाया तिस राखो मन माहे। वो इंद्र कोल चले गए, कहन लगे देवतियां दी मीटिंग हुई है, 12 साल मीह नहीं पाउणा। अगों इंद्र देवता कहन लगा देखो मीह तां मैं नहीं पावांगा, पर मेरे लिए एक बड़ी वड्डी समस्या है कि याद रखना कि 12 महीने शुरू कदों होए, 12 साल मुक्कणगे कदों। तुसीं इस तरह करो, जेड़े शिवजी जी हन ना, वो नितनेम वजों रोज ना शंख वजाउंदे ने। उन्हां दा रोज दा नित है सवेरे शंख वजाना। तुसीं उन्हां नूं जाके कह दो कि 12 साल शंख ना वजा, 12 साल बाद जाके शंख वजाई। ते जदों शिवजी जी शंख वजाउणगे ना, शंख की आवाज सुन के मैं मीह पावांगा। सारे देवते शिवजी जी कोल चले गए, जाके बेनती की भी 12 साल तुसीं शंख नहीं बजाना। कहने लगे ठीक है। 6 महीने लंघ गए, शिवजी जी ने शंख नहीं बजाया, ना तो शंख वजया ना मीह पिया। कहते 6 महीने बाद शिवजी जी ते पार्वती मात लोक ते आए। बड़ी गर्मी पै रही सी ते कोई बजुर्ग बेचारा खेतां विच ना हल वाह रहा सी। ते पार्वती जी नेड़े जाके कहंदी बापू देवतियां दी मीटिंग होई है,
12 ਸਾਲ ਮੀਂਹ ਨਹੀਂ ਪੈਣਾ, 6 ਮਹੀਨੇ ਲੰਘ ਗਏ ਨੇ, ਅਜੇ 11.5 ਸਾਲ ਪਏ ਨੇ, ਮੀਂਹ ਨਹੀਂ ਪੈਣਾ, ਤੂੰ ਹੱਲ ਕਿਉਂ ਵਾਉਂਦਾ ਪਿਆ? ਕੋਈ ਫਾਇਦਾ ਨਹੀਂ। ਅੱਗੋਂ ਬਾਪੂ ਕਹਿਣ ਲੱਗਾ, ਮੀਂਹ ਪਵੇ ਨਾ ਪਵੇ ਵੱਖਰੀ ਗੱਲ ਹੈ, ਮੈਂ ਆਪਣਾ ਕਰਮ ਕਰਨਾ ਹੱਲ ਵਾਉਣ ਦਾ। ਦੂਜੀ ਗੱਲ, ਜੇ ਮੈਂ ਤੁਹਾਡੀ ਗੱਲ ਵੱਡੀ ਕਰਕੇ 11.5 ਸਾਲ ਆਪਣਾ ਹੱਲ ਵਾਣ ਵਾਲਾ ਨੇਮ ਛੱਡ ਦਿਆਂ ਤੇ ਮੈਨੂੰ ਤਾਂ 11.5 ਸਾਲਾਂ ਬਾਅਦ ਭੁੱਲ ਹੀ ਜਾਣਾ ਕਿ ਹੱਲ ਵਾਈਦਾ ਕਿਸ ਤਰ੍ਹਾਂ। ਇਸ ਕਰਕੇ ਮੈਂ ਆਪਣਾ ਨੇਮ ਨਹੀਂ ਛੱਡਣਾ। ਪਾਰਵਤੀ ਜੀ ਅੱਗੋਂ ਸ਼ਿਵਜੀ ਜੀ ਨੂੰ ਕਹਿਣ ਲੱਗੇ, ਕਮਾਲ ਦੀ ਗੱਲ ਕਹਿ ਗਿਆ ਕਿ ਜੇ ਮੈਂ ਆਪਣਾ ਨੇਮ ਛੱਡ ਦਿੱਤਾ 11.5 ਸਾਲ ਬਾਅਦ ਭੁੱਲ ਹੀ ਜਾਏਗਾ ਕਿ ਹੱਲ ਵਾਈਦਾ ਕਿਸ ਤਰ੍ਹਾਂ। ਕਹਿੰਦੇ ਤੁਸੀਂ ਵੀ ਤਾਂ ਨੇਮ ਵਜੋਂ ਸ਼ੰਖ ਵਜਾਉਂਦੇ ਹੋ, ਜੇ ਤੁਸੀਂ 12 ਸਾਲ ਸ਼ੰਖ ਨਾ ਵਜਾਇਆ ਤੇ 12 ਸਾਲਾਂ ਬਾਅਦ ਤੁਹਾਨੂੰ ਵੀ ਤਾਂ ਭੁੱਲ ਜਾਏਗਾ ਵੀ ਸ਼ੰਖ ਵਜਾਈਦਾ ਕਿਸ ਤਰ੍ਹਾਂ। 6 ਮਹੀਨੇ ਲੰਘ ਗਏ ਨੇ, ਕਿਤੇ ਭੁੱਲ ਤਾਂ ਨਹੀਂ ਗਏ ਸ਼ੰਖ ਵਜਾਣਾ? ਮਾੜਾ ਜਿਹਾ ਵਜਾ ਕੇ ਤਾਂ ਵੇਖੋ, ਕਿਤੇ ਭੁੱਲ ਤਾਂ ਨਹੀਂ ਗਏ। ਕਹਿੰਦੇ ਸ਼ਿਵ ਜੀ ਨੇ ਸ਼ੰਖ ਪੂਰਿਆ, ਉਤੋਂ ਇੰਦਰ ਨੇ ਸੋਚਿਆ ਵੀ ਸ਼ਾਇਦ 12 ਸਾਲ ਪੂਰੇ ਹੋ ਗਏ ਨੇ, ਇੰਦਰ ਨੇ ਮੀਂਹ ਪਾ ਦਿੱਤਾ। ਉਹ ਬਾਪੂ ਕਹਿੰਦਾ ਤੁਸੀਂ ਕਹਿੰਦੇ 11.5 ਸਾਲ ਮੀਂਹ ਨਹੀਂ ਪੈਣਾ, ਇਹ ਤਾਂ ਮੀਂਹ ਪੈ ਗਿਆ। ਪਾਰਵਤੀ ਜੀ ਕਹਿੰਦੇ ਬਾਪੂ ਅੱਜ ਤੇਰੇ ਨੇਮ ਨੇ 11.5 ਸਾਲਾਂ ਦਾ ਕਾਲ ਕੱਟ ਦਿੱਤਾ ਹੈ ਤੇ ਮੈਂ ਗੁਰੂ ਦੀ ਹਜ਼ੂਰੀ ਵਿੱਚ ਕਹਿ ਰਿਹਾ, ਗੁਰੂ ਹਰਿਰਾਏ ਸਾਹਿਬ ਜੀ ਦੀ ਅਸੀਸ ਸਦਕਾ, ਜਿਸ ਗੁਰਸਿੱਖ ਦੀ ਜ਼ਿੰਦਗੀ ਵਿੱਚ ਨਿਤਨੇਮ ਹੈ, ਮਹਾਰਾਜ 84 ਦਾ ਕਾਲ ਕੱਟ ਦਿੰਦੇ ਨੇ। ਇਹ ਸਿੱਖਿਆ ਲੈ ਕੇ ਜਾਣੀ ਹੈ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਵਿੱਚੋਂ। ਮਹਾਰਾਜ ਕਹਿੰਦੇ ਭਾਵੇਂ ਤੁਹਾਨੂੰ ਅਰਥਾਂ ਦੀ ਸਮਝ ਨਹੀਂ, ਪਰ ਬਾਣੀ ਪੜ੍ਹਨੀ ਛੱਡਣੀ ਨਹੀਂ। ਜਿਸ ਤਰ੍ਹਾਂ ਘੜੇ ਵਿੱਚ ਮਟਕੇ ਵਿੱਚ ਘਿਓ ਪਾ ਕੇ ਕੱਢ ਲੈਂਦੇ ਹਾਂ, ਥਿੰਦਿਆਈ ਫਿਰ ਵੀ ਰਹਿ ਜਾਂਦੀ ਹੈ। ਤੋਂ ਪਹਿਲਾ ਪੱਖ ਅਸੀਂ ਸਮਝਣਾ ਹੈ ਬਾਣੀ ਦਾ ਸਤਿਕਾਰ। ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਨੋ ਨਾਹੀ ਸੋ ਸਿੱਖ ਹਮਾਰਾ। ਗੁਰੂ ਪਿਆਰੀ ਸਾਧ ਸੰਗਤ, ਦੂਜੀ ਗੱਲ, ਬਾਣੀ ਦਾ ਅਭਿਆਸ ਨਹੀਂ ਛੱਡਣਾ, ਭਾਵੇਂ ਅਰਥਾਂ ਦੀ ਸਮਝ ਹੈ ਕਿ ਨਹੀਂ ਹੈ। ਹੁਣ ਅੱਗੇ ਚੱਲਾਂਗੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ ਬੜੇ ਪਰਉਪਕਾਰ ਕੀਤੇ। ਉਹਦਾ ਇੱਕ ਕਾਰਨ ਵੀ ਸੀ। ਕਹਿੰਦੇ ਜਦੋਂ ਬਾਲ ਅਵਸਥਾ ਸੀ, ਆਪਣੇ ਪਿਤਾਮਾ ਭਾਵ ਆਪਣੇ ਦਾਦਾ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨਾਲ ਇੱਕ ਦਿਨ ਸੈਰ ਕਰ ਰਹੇ ਸਨ। ਮਹਾਰਾਜ ਜੀ ਦਾ ਮੁਬਾਰਕ ਚੋਲਾ ਇੱਕ ਫੁੱਲ ਨਾਲ ਟਕਰਾਇਆ, ਫੁੱਲ ਟੁੱਟ ਗਿਆ। ਸੱਚ ਜਾਣਨਾ ਗੁਰੂ ਪਿਆਰੀ ਸਾਧ ਸੰਗਤ, ਜਦੋਂ ਫੁੱਲ ਟੁੱਟਦਾ ਹੈ ਨਾ, ਫੁੱਲ ਵੀ ਇੱਕ ਗੱਲ ਕਹਿੰਦਾ ਹੈ। ਤੁਸੀਂ ਜਾ ਕੇ ਤੋੜਦੇ ਹੋ ਨਾ ਫੁੱਲ, ਤੇ ਫੁੱਲ ਦੇ ਅੰਦਰੋਂ ਆਵਾਜ਼ ਆਉਂਦੀ, ਆਵਾਜ਼। ਭਾਈ ਵੀਰ ਸਿੰਘ ਨੇ ਲਿਖੀ ਹੈ ਨਾ, ਕਹਿੰਦਾ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸੀਂ ਹੱਟ ਮਹਿਕਦੀ ਲਾਈ। ਲੱਕ ਗਾਕ ਜੇ ਲੰਗਨ ਐਥੋਂ ਖਾਲੀ ਇੱਕ ਨਾ ਜਾਈ। ਫੁੱਲ ਡਾਲੀ ਨਾਲ ਲੱਗਿਆ, ਜਿਹੜਾ ਵੀ ਇੱਥੋਂ ਲੰਘਦਾ ਉਹਨੂੰ ਖੁਸ਼ਬੂ ਮਿਲਦੀ ਹੈ। ਲੱਖਾਂ ਗਾਕ ਲੰਘ ਜਾਣ, ਖੁਸ਼ਬੂ ਮਿਲਦੀ ਹੈ। ਪਰ ਜਦੋਂ ਡਾਲੀ ਨਾਲੋਂ ਫੁੱਲ ਨੂੰ ਕੋਈ ਤੋੜ ਦਿੰਦਾ ਹੈ, ਤੇ ਗੁਰੂ ਪਿਆਰੀ ਸਾਧ ਸੰਗਤ, ਜਿਹੜਾ ਤੋੜ ਕੇ ਲੈ ਜਾਂਦਾ ਨਾ, ਉਹਦੇ ਕੋਲ ਵੀ ਥੋੜੇ ਚਿਰ ਦਾ ਪਰੋਣਾ ਹੁੰਦਾ ਹੈ। ਬਾਅਦ ਵਿੱਚ ਤਾਂ ਡਾਲੀ ਤੋਂ ਟੁੱਟ ਕੇ ਫੁੱਲ ਦਾ ਰੂਪ ਰੰਗ ਨਸ ਜਾਂਦਾ ਹੈ। ਡਾਲੀ ਨਾਲੋਂ ਤੋੜ ਨਾ ਸਾਨੂੰ, ਅਸੀਂ ਹੱਟ ਮਹਿਕਦੀ ਲਾਈ। ਲੱਖ ਗਾਕ ਜੀ ਆਕ ਸੁੰਗਨ ਖਾਲੀ ਇੱਕ ਨਾ ਜਾਈ। ਜੇ ਤੂੰ ਤੋੜ ਕੇ ਲੈ ਜਾਸੇ, ਤੇਰਾ ਜੋਗਾ ਰਹਿ ਜਾਸਾਂ, ਉਹ ਵੀ ਪਲਕ ਝਪਕਦਾ ਮੇਲਾ, ਰੂਪ ਰੰਗ ਨਸ ਜਾਏ। तो गुरु प्यारी साध संगत में बेनती कर रहा सी आप जी दे चरनां विच, जदों चोले नाल फुल टुटिया ते गुरु हरगोबिंद साहिब महाराज ने एक गल कही, फुल क्यों टुटिया? अगर टुट गया ना, याद रखना महाराज कहंदी जे चोले वड्डे पाने ने ते दामन संकोच के चलना है, दामन संकोच के। और वेखो कैसी प्रेरणा लई गुरु हरराय साहिब सच्चे पातशाह ने। उन्हां दा जीवन काल वेखो, 2200 घुड़सवार महाराज ने रखे, 2200।
पर कदी कोई जंग युद्ध नहीं किया। दूजी गल, महाराज शिकार खेलन जाते सन, अज तक महाराज ने किसी भी जानवर नूं मारिया नहीं। हाँ, एक साखी आउंदी है कि एक दिन महाराज जा रहे सन, एक सप नूं कीड़ियां चढ़ियां सन, कीड़ियां सप नूं खा रही सन, ते महाराज ने तीर चला के ना सप नूं मारिया। सिख संगत ने कहा, महाराज की गल, अज सप नूं मार दिता? महाराज कहंदे, मारिया नहीं, अज भी सप नूं तारिया है। आखो जी सतनाम श्री वाहिगुरू। महाराज कहंदे सप नूं मारिया नहीं, सप नूं तारिया है। महाराज समझ नहीं आई। धन गुरु हर राय साहिब सच्चे पातशाह कहन लगे, पिछले जन्म दे विच ना पखंडी साध सी, ते जिन्नियां कीड़ियां इसनूं चिमड़ियां ने इहदे चेले सन। देखो महाराज ने जिते गुरु की सिफत की है बाणी अंदर, असी पढ़ते हैं, ऐसे गुर को बल बल जाइए आप मुकत मोहे तारै। जिते असी पढ़ते हैं, धन 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 जन आया जिस प्रसाद सब जगत तराया, जन आवन का यह सुआओ जन के संग चित आवे नाओ, आप मुक्त मुक्त करे संसार नानक तिस जन को सदा नमस्कार। उत्थे महाराज ने ताड़ना भी की है, सुचेत भी किया, कहते काचे गुर ते मुक्त ना हो, काचे गुर ते मुक्त ना हो। महाराज कहते सप नूं मारिया नहीं, सप नूं तारिया है। ये पिछले जन्म दे विच पखंडी साध सी, ये जिन्नियां कीड़ियां नूं चिमड़ियां ने इहदे चेले सन, ते ना आप मुक्त होया ते ना चेलियां नूं मुक्त कर सकिया। मैं जिहड़ी बेनती करदा पिया सी कि महाराज फिर सारी जिंदगी ना दामन संकोच के चले, 2200 घुड़सवार रखे, एक भी जंग नहीं की, एक भी जंग नहीं की। फिर महाराज ने किरतपुर साहब की धरती ते बड़ा वड्डा दवाखाना खोलिया, क्योंकि तन ते जदों रोग आंदा ना, दोनों काम करने ने, दवा भी ते दुआ भी। किसी विद्वान ने कहा, जो काम दवा से नहीं होता वो काम दुआ से होता है, जब मुर्शिद कामल मिलता है तो मेल खुदा से होता है। महाराज बाणी विच भी लिखे, वैदा संता संग इकट्ठा होया, औखद आए रास विच आप खलोया। जब गुरु हरगोबिंद साहिब सच्चे पातशाह नूं शीतला ने घेरिया सी ना, महाराज ने इलाज भी कराया ते अरदास भी की। तुहानूं पता होवे अरदास वाला शब्द किहड़ा सी? एक शब्द तुसीं पढ़दे हो दुख भंजनी साहब दे विच, हर जियो तू सुख संपत वास राख लियो भाई मेरे को। मैं एक दिन सर्च कर रहा सी, तुहाडे फोन दे अंदर तुसीं चैक करना, जिहड़ा भाई शब्द का अर्थ की कीता है। इंग्लिश दी ऐप वेखो, भाई का अर्थ ते स्मॉल चाइल्ड किया होया है। क्यों? याद रखना, गुरु ग्रंथ साहिब सब दे सांझे ने। ये तो सिखां नूं अहंकार मार गया कि गुरु ग्रंथ साहिब साडा है, ते दूजे बेचारे नूं अज्ञानता मार गई, कहते गुरु ग्रंथ साहिब तुहाडा है। सिखां नूं अहंकार मार गया, गुरु ग्रंथ साहिब साडा है, दूजियां नूं अज्ञानता मार गई, कहते गुरु ग्रंथ साहिब तुहाडा है। वो ना साडा है ना तुहाडा है, बापू सारियां दा सांझा है। शब्द गायन होया ना अखीर विच, जगत जलंदा रख ले अपनी किरपा धार। खाली सिखां दी अरदास नहीं की गई, पूरे यूनीवर्स की अरदास है। गुरु अर्जन देव महाराज ने तक सभे चीज संभाल अपनी मेहर कर। तुसी सोदर दा पाठ करते हो, महाराज भई प्रापत मानुख देहोरिया। जे सिखां दे गुरु होंदे ते पहले के सिख देहोरिया, चैनी देहोरिया, बोधी देहोरिया, यहूदी देहोरिया, नहीं, मानुख देहोरिया, मनुखता दे रैबर ने। असी जान नहीं सके, असी समझ नहीं सके। सिखां नूं अहंकार मार गया गुरु ग्रंथ साहिब साडा, दूजियां नूं अज्ञानता मार गई गुरु ग्रंथ साहिब तुहाडा। सब दा सांझा। एक मैं नाल बेनती करदा, दो चीज़ां होंदियां ने, एक होंदा
उपदेश, एक होंदा हुक्म। उपदेश ते हुक्म दे विच फर्क है। गुरु ग्रंथ साहिब जी का उपदेश सारिਆਂ ਲਈ ਸਾਂਝਾ, खत्री ब्राह्मण शूद्र वैश्य, उपदेश चौ वर्णा को साझा। पर इसनों गुरु मनन का हुक्म केवल सिखां नूं है। ज्ञानी ज्ञान सिंह सब सिखन को हुक्म है, गुरु मान्यो ग्रंथ। में जिहड़ी गल करन लगा सी ना, गुरु ग्रंथ साहिब जी दे अंदर बेअंत बोलियां ने, क्योंकि सब दे सांझे नहीं। ये जिहड़ा भाई शब्द है ना, हरियाणवी बोली दा। तुसी दिल्ली नजफगढ़ तुहाडे नेड़े है, नजफगढ़ बहादुरगढ़ तो अगे निकलो, तुसी जिन्ने जाट लोग ने ना जिहड़े खड़ी हरियाणवी बोलते ने, छोटे बच्चे नूं भाई कहते ने। जिस तरह असीं गल करांगे ना, बच्चे नूं संभालना, अरे भाई को संभालियो। देखो जाके मैं विच ने इस एरिया च काफ़ी, बहादुरगढ़ का एरिया, रोहतक का एरिया, इत्थे छोटे बच्चे नूं भाई कहते ने, अरे भाई को संभालियो। थोड़े दिन पहले मैं विचार रहा सी किते सिकलीगर लोकां दे विच बैठा सी। मैं एक मिनट विचों लैन लगा तुहाडा, सिकलीगर लोकां दे विच ते उत्थे ना एक लोहे दा ड्रम पिया सी पुराना। वो सिकलीगर वीर ने विच सिर पाया, घुमा के सिर बाहर कड्डिया ते कहंदा, बाबा जी इसमें मोर्चे लग रहे हैं। मैं क्या, एक तो सुनिया भी सी दिल्ली बॉर्डर ते मोर्चा लाया किसाना ने, फलाना मोर्चा, ड्रम दे विच किहड़ा मोर्चा लग गया है। कहते जब लोहे को जंग लग जाता है, जंग लगने से जो सुराख होती हैं, इसे मोर्चा कहते हैं। मैं क्या फिर तुहाडी बोली ना महाराज ने गुरु ग्रंथ साहिब दर्ज की है। गुरु अमरदास महाराज कहते, ए मन आरसी को गुरमुख देखे, मोर्चा ना लागे जा होमे सुख है। उत्थे महाराज ने इशारा किया, वो सिकलीगर लोहे नूं जंग लग जाए, जिहड़ियां मोरियां होंदियां ने मोर्चा कहंदे ने। ते महाराज कहंदे अंदर फिर विषय विकार जंग ला के मोरियां कर रहे, जिन्हों क्या गुर दिखलाई मोरी। सारियां बोलियां ने, पर अफसोस की गल असी अज इसनूं रुमालियां तक सीमित कर दिता है। मैं सवेरे भी दीवान विच बेनती की सी, मैं कि डॉक्टर नूं अज तक किसी ने नहीं किया, डॉक्टर साहब जिन्ने मर्जी पैसे ले लो, जिन्ने मर्जी पैसे ले लो, साडे हिस्से की दवाई भी तुसी खाओ। क्या नहीं, इत्थे कहंदे भेटां दी परवाह ना करना, पर असी 5 पौड़ियां तो बाद अंदर नहीं आना। चलो अज मैं तुहानूं 2 गल्लां कह दिंदा, तुसी अपने अंदर वेखना भी सानूं पता कि नहीं पता। तुसी जे सचमुच गुरु ग्रंथ साहिब जी का पाठ करते हो ना, आ 2 गल्लां नोट करके जाना। गुरु ग्रंथ साहिब जी की जिथों आरंभता होंदी, जिहड़ा पहला अंग है जिथों बाणी शुरू है, अज महाराज के स्वरूप विचों दर्शन करना, ते भावें घर जाके सैंचियां विचों जिथों जपजी साहब की बाणी आरंभ है ना, ऊपर महाराज ने कॉलम पाया है जिथे अंग नंबर लिखा जाता है। वो कॉलम महाराज ने खाली छड्डिया। क्यों छड्डिया देखना जाके। अज ध्यान नहीं किया ना अज तक, आज ध्यान करना। दूजी गल, महाराज ने जिहड़ी बाणी है सज्जे अंग तो लिखनी शुरू की है, खब्बा अंग खाली छड्डे। क्यों? जाके विचारना। तो मैं जिहड़ी बेनती कर रहा, राख लियो भाई मेरे को प्रभ आगे, अरदास है, पर नाल शीतला का इलाज किया, दवा भी ते दुआ भी, गुरु घर भी दोनों ने। जो गुरु हर राय साहिब सच्चे पातशाह ने दवाखाना खोलिया, जो एक समा बनया, औरंगजेब नूं लगदा सी कि मेरे पिता की नेड़ता दारा शको मेरे वड्डे भरा नाल ज्यादा है, किथे कल नूं दारा शको नूं गद्दी ना मिल जाए। दारा शको ते पुला दे विच शेर दी मुछ दा वाल पा के दारा शको नूं खवा दिता। दारा शको जदों कित्थों ठीक ना होया, ते फिर उदों गुरु हर राय साहिब जी दे दवाखाने विचों, क्योंकि ते दवा भी है ते गुरु दी दुआ भी है, दारा शको ठीक होया। तो समा जो बख्शिया होया सी हो चुका है, मैं समय की उलंघना नहीं करांगा।
क्योंकि स्टेज ते किसी का समा खाना भी हक पराया नानका, उस सूअर सगाए गुरपीर हामा तां परे जा मुरदार ना खाए। समा भी नहीं किसी का खाना चाहिए, समय के पाबंद रहना चाहिए। मैं भावें लेट लग्या कोई गल नहीं, पर मैं पहले समाप्ति कर दियागा, ठीक है। तो मैं जी दो कु पक्ष तुहाडे सामने मेन रखे ले कि बाणी का अदब, जिन पै अदब ना बाणी धारा, जानो नाही सो सिख हमारा। दूजा, भावें अर्थां की समझ नहीं पर बाणी जरूर पढ़ो। जिस तरह माँ बच्चे नूं दुध देंदी है, बच्चे नूं दुध बारे कुछ नहीं पता, पींदा है ताकत मिलती है। अगले समय लिए अति सत्कारयोग भाई साहब भाई बलविंदर सिंह जी रंगीला चंडीगढ़ वाले आप जी नूं रब्बी बाणी के कीर्तन नाल, इतिहास नाल, साखियां नाल जोड़नगे। उन्हां तो बाद भाई साहब भाई चमनजीत सिंह जी लाल वो भी आप जी नूं रब्बी बाणी के कीर्तन नाल जोड़नगे। पहली बार इस स्थान के दर्शन करने का सुभाग मिलिया। जीके पार्ट 2 गुरु घर बड़ी बार हाज़री भरी है इस स्थान से पहली बार, क्योंकि लॉन्ग टाइम तो दास विदेशों में रहिंदा है। ऐतकी कोविड करके दास इंडिया सी, ये सुभाग बने हैं। सतगुरु तरस करन, किरपा करन, बख्शिश करन, रहमत करन। आप सारियां दा धन्नवाद ते सारियां वल्लों धन्नवाद गुरु ग्रंथ साहिब सच्चे पिता दा। तेरी पना में आकर सभी दुख दूर होते हैं, अंधेरे में भटकने वाले भी पुण्य नूर होते हैं। तेरे दर की यह खाक भी अक्सीर है मेरे सतगुर, तेरे हाथों में तो पत्थर भी कोही नूर होते हैं। तेरे हाथों में तो पत्थर भी कोही नूर होते हैं। कचो कंचन भयो शब्द गुर श्रवण सुनियो, बिकते अमृत होयो नाम सतगुरु मुख भणियो। लोयो होयो लाल नदर सतगुर जतारै, पाहन मानक करे ज्ञान गुर कहो विचारै। काठो श्री खंड सतगुरु किए, दुख दरिद्र तिनके गए सतगुर चरण जिन परसिया। से पश प्रेत सुर नर भय, वाहिगुरु जी का खालसा वाहिगुरु जी की फतेह।